ਅੱਜ ਮਿਤੀ 19/4/2020 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਅਸੀਂ 1072 ਸੈਂਪਲ 1072 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਨੇ, ਜਿਨ੍ਹਾਂ ਵਿੱਚੋਂ 962 ਸੈਂਪਲਾਂ ਦੀ ਰਿਪੋਰਟ ਸਾਨੂੰ ਹਾਲੇ ਤੱਕ ਪ੍ਰਾਪਤ ਹੋ ਚੁੱਕੀ ਹੈ। 110 ਸੈਂਪਲਾਂ ਦੀ ਰਿਪੋਰਟ ਆਉਣ ਵਾਲੀ ਹਾਲੇ ਬਾਕੀ ਹੈ। ਇਹਦੇ ਵਿੱਚੋਂ 19 ਕੇਸ ਜਿਹੜੇ ਹੈਗੇ ਉਹ ਹਾਲੇ ਤੱਕ ਪੋਜ਼ਿਟਿਵ ਪਾਏ ਗਏ ਨੇ, ਜਿਨ੍ਹਾਂ ਦੇ ਵਿੱਚੋਂ 4 ਕੇਸਿਸ ਜਿਹੜੇ ਹੈਗੇ ਉਹ ਬਾਹਰਲੇ ਡਿਸਟ੍ਰਿਕਟਾਂ ਦੇ ਨੇ ਤੇ 15 ਕੇਸਿਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਨੇ। 943 ਕੇਸ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ। ਇੱਕ ਜਿਹੜਾ 19 ਵਿੱਚੋਂ ਇੱਕ ਪੇਸ਼ੈਂਟ ਜਿਹੜੇ ਹੈਗੇ ਉਹ ਕਿਉਰ ਹੋ ਕੇ ਆਪਣੇ ਘਰ ਨੂੰ ਪਰਤ ਚੁੱਕੇ ਨੇ। ਸਾਡੇ ਜਿਹੜੇ 2 ਪੁਆਇੰਟ ਸੀਗੇ ਜਿਹੜੇ ਕਿ ਥੋੜੇ ਜਿਹੇ ਹੌਟਸਪੌਟ ਬਣੇ ਸੀਗੇ, ਅਮਰਪੁਰਾ ਤੇ ਚੌਕੀਮਾਨ ਦੇ ਨਾਲ ਇੱਕ ਪਿੰਡ ਹੈਗਾ ਗੁੜੇ, ਉਹਨੂੰ ਅਸੀਂ ਕੰਬਾਈਨ ਕੀਤਾ ਹੋਇਆ ਹੈ। ਇਹ ਦੋਨੋਂ ਹੀ ਥਾਵਾਂ ਤੇ ਅਸੀਂ ਬਿਲਕੁਲ ਐਕਸਟੈਂਸਿਵ ਸਕਰੀਨਿੰਗ ਜਿਹੜੀ ਸੀਗੀ ਉਹ ਕਰਾਈ ਸੀਗੀ। 1668 ਘਰਾਂ ਨੂੰ ਹਾਲੇ ਤੱਕ ਅਮਰਪੁਰਾ ਏਰੀਆ ਦੇ ਵਿੱਚ ਵਿਜ਼ਿਟ ਕਰਾਇਆ ਜਾ ਚੁੱਕਿਆ ਹੈ, ਜਿਹਦੇ ਵਿੱਚੋਂ 6574 ਲੋਕਾਂ ਨੂੰ ਸਕਰੀਨ ਕੀਤਾ ਗਿਆ। ਕੇਵਲ 4 ਬੰਦੇ ਇਹੋ ਜਿਹੇ ਪਾਏ ਗਏ ਜਿਨ੍ਹਾਂ ਨੂੰ ਹਲਕੇ ਫੁਲਕੇ ਸਿੰਪਟਮਸ ਜਿਹੜੇ ਸੀਗੇ ਉਹ ਮਿਲੇ ਨੇ। ਉਹਨਾਂ ਦੀ ਟੈਸਟਿੰਗ ਵਗੈਰਾ ਜਿਹੜੀ ਹੈਗੀ ਉਹ ਕਰਾ ਲਈ ਗਈ ਹੈ ਤੇ ਰਿਪੋਰਟ ਜਿਹੜੀ ਆਉਣ ਵਾਲੀ ਬਾਕੀ ਹੈ। ਚੌਕੀਮਾਨ ਤੇ ਗੁੜੇ ਜਿਹੜਾ ਹੈਗਾ ਏਰੀਆ, ਉਹਦੇ ਵਿੱਚੋਂ ਤਕਰੀਬਨ 1506 ਘਰਾਂ ਨੂੰ ਅਸੀਂ ਹਾਲੇ ਤੱਕ ਸਕਰੀਨ ਕਰਾਇਆ ਹੈ, ਜਿਹਦੇ ਵਿੱਚੋਂ ਤਕਰੀਬਨ 7700 ਬੰਦੇ ਹੈਗੇ ਜਿਨ੍ਹਾਂ ਨੂੰ ਕੀ ਸਕਰੀਨ ਕੀਤਾ ਗਿਆ। ਕੋਈ ਵੀ ਬੰਦਾ ਸਿੰਪਟਮ ਵਾਲਾ ਨਹੀਂ ਮਿਲਿਆ ਹੈਗਾ। ਸਿਚੁਏਸ਼ਨ ਜਿਹੜੀ ਹੈਗੀ ਉਹ ਦੋਨੋਂ ਏਰੀਆ ਦੇ ਵਿੱਚ ਠੀਕ ਠਾਕ ਹੈਗੀ, ਕਿਉਂਕਿ ਇਹ ਦੋਨੋਂ ਏਰੀਆ ਦੇ ਵਿੱਚ ਲਾਸਟ ਕੇਸ ਜਿਹੜਾ ਸੀਗਾ ਸਾਨੂੰ ਤਕਰੀਬਨ 10-12 ਦਿਨ ਪਹਿਲਾਂ ਮਿਲਿਆ ਸੀਗਾ। ਇਸ ਤੋਂ ਇਲਾਵਾ ਜਿਵੇਂ ਪ੍ਰਧਾਨ ਮੰਤਰੀ ਜੀ ਵੱਲੋਂ ਘੋਸ਼ਣਾ ਕੀਤੀ ਗਈ ਸੀਗੀ ਤੇ 20 ਤਾਰੀਖ ਤੋਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਚਾਲੂ ਕਰਨ ਦੇ ਵਾਸਤੇ ਉਹਨਾਂ ਵੱਲੋਂ ਹੁਕਮ ਹੋਏ ਸੀਗੇ, ਜਿਨ੍ਹਾਂ ਦੇ ਵਾਸਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਕੁਝ ਹਦਾਇਤਾਂ ਜਿਹੜੀਆਂ ਸੀਗੀਆਂ ਸਟੇਟ ਗਵਰਨਮੈਂਟਾਂ ਨੂੰ ਜਾਰੀ ਕੀਤੀਆਂ ਗਈਆਂ। ਸਟੇਟ ਗਵਰਨਮੈਂਟ ਵੱਲੋਂ ਕੱਲ ਸਾਨੂੰ ਹਦਾਇਤਾਂ ਜਿਹੜੀਆਂ ਸੀਗੀਆਂ ਉਹ ਜਾਰੀ ਕਰ ਦਿੱਤੀਆਂ ਗਈਆਂ ਸਨ। ਸਟੇਟ ਗਵਰਨਮੈਂਟ ਦਾ ਵਿਊ ਅਤੇ ਸਾਡਾ ਵਿਊ ਜਿਹੜਾ ਹੈਗਾ ਉਹ ਇਦਾਂ ਹੀ ਹੈਗਾ ਕਿ ਜਿਸ ਤਰੀਕੇ ਨਾਲ ਪਹਿਲਾਂ ਕਰਫਿਊ ਚੱਲਦਾ ਰਿਹਾ ਹੈ ਜ਼ਿਲ੍ਹਾ ਲੁਧਿਆਣਾ ਦੇ ਵਿੱਚ, ਉੱਦਾਂ ਹੀ ਕਰਫਿਊ ਜਿਹੜਾ ਹੈਗਾ ਉਹ ਇੰਪੋਜ਼ਡ ਰਹੇਗਾ। ਕੋਈ ਵੀ ਲੋਕਾਂ ਨੂੰ ਬਿਨਾਂ ਕਿਸੇ ਮਤਲਬ ਦੇ, ਬਿਨਾਂ ਕਿਸੇ ਪਾਸ ਦੇ ਬਾਹਰ ਮੂਵ ਕਰਨ ਦੀ ਇਜਾਜ਼ਤ ਜਿਹੜੀ ਹੈਗੀ ਉਹ ਨਹੀਂ ਹੋਵੇਗੀ। 144 ਜਿਹੜੀ ਲੱਗੀ ਹੋਈ ਹੈ ਕਰਫਿਊ ਦੀ, ਉਹ ਬਦਸਤੂਰ ਜਾਰੀ ਰਹੇਗੀ 3 ਮਈ ਤੱਕ। ਵਿਦਆਊਟ ਐਨੀ ਮਾਸਕ, ਵਿਦਆਊਟ ਐਨੀ ਪਾਸ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਬਾਹਰ ਨਹੀਂ ਨਿਕਲੂਗਾ। ਜਿਹੜੇ ਪਾਸ ਹੈਗੇ ਉਹ ਕੁਝ ਐਕਟੀਵਿਟੀਆਂ ਜਿਹੜੀਆਂ ਸੀਗੀਆਂ ਪਹਿਲਾਂ ਵੀ ਅਸੀਂ ਚਾਲੂ ਕੀਤੀਆਂ ਸੀਗੀਆਂ, ਜਿਵੇਂ ਰਾਸ਼ਨ ਦੀ ਦੁਕਾਨ ਹੋ ਗਈ ਜਾਂ ਸਬਜ਼ੀਆਂ ਹੋ ਗਈ ਜਾਂ ਦੁੱਧ ਵਾਲੇ ਹੋ ਗਏ, ਯਾਨੀ ਐਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਸੀਗੀਆਂ ਉਹ ਪਹਿਲਾਂ ਵੀ ਅਸੀਂ ਜਿਹੜੀ ਅਲਾਉ ਕੀਤੀਆਂ ਸੀਗੀਆਂ। ਉਹ ਐਸੈਂਸ਼ੀਅਲ ਸਰਵਿਸਿਜ਼ ਜਿਵੇਂ ਪਹਿਲਾਂ ਚੱਲ ਰਹੀਆਂ ਸਨ ਉਸੇ ਤਰੀਕੇ ਨਾਲ ਬਦਸਤੂਰ ਜਾਰੀ ਰਹਿਣਗੀਆਂ, ਔਰ ਇਹ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਹੋਮ ਡਿਲੀਵਰੀ ਜਿਵੇਂ ਪਹਿਲਾਂ ਹੁੰਦੀ ਸੀਗੀ ਉਸੇ ਤਰੀਕੇ ਨਾਲ ਹੋਮ ਡਿਲੀਵਰੀ ਦੇ ਰਾਹੀਂ ਹੀ ਇਹ ਸਾਰੀ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ। ਐਸੈਂਸ਼ੀਅਲ ਕੰਮ ਕਿਸੇ ਦਾ ਹੈਗਾ, ਮੈਡੀਕਲ ਕੰਮ ਹੈਗਾ ਜਾਂ ਫਿਰ ਕੋਈ ਹੋਰ ਇੰਪੋਰਟੈਂਟ ਐਕਟੀਵਿਟੀ ਹੈਗੀ, ਕਿਉਂਕਿ ਅਸੀਂ ਵੱਖ-ਵੱਖ ਤਰੀਕੇ ਦੀ ਕਈ ਸਾਰੀ ਕੈਟੇਗਰੀਆਂ ਪਹਿਲਾਂ ਬਣਾਈਆਂ ਸੀਗੀਆਂ। ਉਹਨਾਂ ਦੇ ਵੱਖ-ਵੱਖ ਅਧਿਕਾਰੀਆਂ ਨੂੰ ਅਸੀਂ ਉਸ ਦੇ ਵਾਸਤੇ ਆਥੋਰਾਈਜ਼ ਕੀਤਾ ਸੀਗਾ ਕਿ ਉਹ ਵੱਖ-ਵੱਖ ਤਰੀਕੇ ਦੀ ਪਰਮਿਟਸ ਜਿਹੜੇ ਹੈਗੇ ਜਾਰੀ ਕਰ ਸਕਦੇ ਨੇ। ਉਹ ਬਦਸਤੂਰ ਉਸੇ ਤਰੀਕੇ ਨਾਲ ਜਾਰੀ ਰਹੇਗਾ। ਉਹ ਸਾਰੇ ਆਫੀਸਰਸ ਜਿਹੜੇ ਕਿ ਹਾਲੇ ਵੀ ਕੰਪੀਟੈਂਟ ਰਵਾਂਗੇ। ਜੇ ਕਿਸੇ ਨੂੰ ਕਿਸੇ ਵੀ ਕੰਮ ਵਾਸਤੇ ਜਿਹੜੇ ਪਰਮਿਟਡ ਕੰਮ ਅਸੀਂ ਕੀਤੇ ਹੋਏ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਮੂਵਮੈਂਟ ਕਰਨ ਦੀ ਲੋੜ ਹੈਗੀ ਤਾਂ ਉਹ ਆਪਣਾ ਪਾਸ ਜਾਂ ਉਸ ਡਿਪਾਰਟਮੈਂਟ ਤੋਂ ਜਿਹੜਾ ਮੈਨੂਅਲ ਪਾਸ ਹੈਗਾ ਉਹ ਪਾਸ ਜਿਹੜਾ ਹੈਗਾ ਜੋ ਪੁਰਾਣੇ ਜਾਰੀ ਹੋਏ ਸੀਗੇ ਉਸ ਤਰੀਕੇ ਨਾਲ ਜਾਰੀ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਆਉਣ ਵਾਲੇ ਟਾਈਮ 'ਚ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਜਿਵੇਂ ਕਿ ਇੱਕ ਤਾਂ ਇੰਡਸਟਰੀ ਜਿਹੜੀ ਹੈਗੀ ਉਹਦੀ 20 ਤਾਰੀਖ ਤੋਂ ਖੁੱਲ੍ਹਣ ਦੀ ਜਿਹੜੀ ਆਸ ਸੀਗੀ, ਉਹਦੇ ਵਿੱਚ ਕੁਝ ਰਿਸਟ੍ਰਿਕਟਿਡ ਤਰੀਕੇ ਦੇ ਨਾਲ ਅਸੀਂ ਇੰਡਸਟਰੀ ਨੂੰ ਖੋਲ੍ਹਣ ਜਾ ਰਹੇ ਹਾਂ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਰੂਰਲ ਏਰੀਆ ਦੇ ਵਿੱਚ ਇੰਡਸਟਰੀਆਂ ਹੈਗੀਆਂ ਤੇ ਫੋਕਲ ਪੁਆਇੰਟ ਜਿਹੜੇ ਡੈਡੀਕੇਟਿਡ ਫੋਕਲ ਪੁਆਇੰਟਸ ਵਗੈਰਾ ਹੈਗੇ, ਉੱਥੇ ਜਿਹੜੀਆਂ ਇੰਡਸਟਰੀਆਂ ਹੈਗੀਆਂ ਉਹਨਾਂ ਨੂੰ ਹੀ ਸਿਰਫ ਪਰਮਿਸ਼ਨ ਦਿੱਤੀ ਜਾਵੇਗੀ। ਉਹਦੇ ਵਾਸਤੇ GMDIC ਦੇ ਕੋਲ ਇੰਡਸਟਰੀਆਂ ਜਿਹੜੀਆਂ ਹੈਗੀਆਂ ਐਪਲੀਕੇਸ਼ਨ ਪਾ ਸਕਦੀਆਂ ਹਨ। ਇੰਡਸਟਰੀ ਨੇ 2 ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਹੈਗੀ, ਜੋ ਕਿ ਮੈਂਡੇਟਰੀ ਕੰਡੀਸ਼ਨਸ ਹੈਗੀਆਂ ਉਹਨਾਂ ਨੂੰ ਫੁਲਫਿਲ ਕਰਨਾ ਹੋਵੇਗਾ। ਇੱਕ ਤਾਂ ਉਹਨਾਂ ਨੇ ਜੇ ਪੋਸੀਬਲ ਹੋਵੇ ਤਾਂ ਇੰਡਸਟਰੀਅਲ ਲੇਬਰ ਜਿਹੜੀ ਹੈਗੀ ਉਸ ਨੂੰ ਆਪਣੀ ਫੈਕਟਰੀ ਦੇ ਅੰਦਰ ਹੀ ਕੁਆਰੰਟਾਈਨ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ 100% ਬੰਦੇ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਨੇ ਆਪਣੀ ਇੰਡਸਟਰੀ ਦੇ ਵਿੱਚ ਹੀ ਰੱਖਣਾ ਹੈ। ਖਾਣਾ ਪੀਣਾ ਜਿਹੜਾ ਹੈਗਾ ਸਾਰਾ ਪ੍ਰੋਵਾਈਡ ਕਰਾਉਣਾ ਹੈ, ਜਿਸ ਤੋਂ ਕਿ ਉਹਨਾਂ ਦੀ ਮੂਵਮੈਂਟ ਜਿਹੜੀ ਹੈਗੀ ਉਹ ਨਾ ਹੋਵੇ। ਜੇ ਉਹ ਟੈਕਨੀਕਲੀ ਉਹਨਾਂ ਦੇ ਵਾਸਤੇ ਪੋਸੀਬਲ ਨਹੀਂ ਹੈਗਾ, ਇਨ ਦੈਟ ਕੇਸ ਟਰਾਂਸਪੋਰਟੇਸ਼ਨ ਫੈਸਿਲਿਟੀ ਜਿਹੜੀ ਹੈਗੀ ਉਹ ਇੰਡਸਟਰੀ ਨੇ ਆਪਣੀ ਲੇਬਰ ਨੂੰ ਪ੍ਰੋਵਾਈਡ ਕਰਨੀ ਹੋਵੇਗੀ। ਕੋਈ ਵੀ ਇੰਡਸਟਰੀਅਲ ਲੇਬਰ ਜਿਹੜੀ ਹੈਗੀ ਉਹ ਆਪਣੇ ਤੌਰ ਤੇ ਆਪਣੇ ਆਪ ਇੰਡਸਟਰੀਆਂ ਦੇ ਵਿੱਚ ਮੂਵ ਨਹੀਂ ਕਰੇਗੀ। ਉਸ ਦੇ ਵਾਸਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਜਿਹੜੀ ਹੈਗੀ ਉਹ ਨਹੀਂ ਦੇਵਾਂਗੇ। ਇੰਡਸਟਰੀਅਲ
ਹਾਊਸ ਨੇ ਆਪਣੀ ਲੇਬਰ ਨੂੰ ਜਾਂ ਤਾਂ ਆਪਣੀ ਫੈਕਟਰੀਆਂ ਦੇ ਅੰਦਰ ਰੱਖਣਾ ਹੋਵੇਗਾ ਔਰ ਜਾਂ ਫਿਰ ਉਹਨਾਂ ਨੂੰ ਟਰਾਂਸਪੋਰਟੇਸ਼ਨ ਫੈਸਿਲਿਟੀ ਜਿਹੜੀ ਹੈਗੀ ਉਹ ਪ੍ਰੋਵਾਈਡ ਕਰਨੀ ਪਵੇਗੀ। ਔਰ ਇਹ ਟਰਾਂਸਪੋਰਟੇਸ਼ਨ ਫੈਸਿਲਿਟੀ ਵੀ ਜਿਹੜੀ ਹੈਗੀ ਉਹਦੇ ਵਿੱਚ ਵੀ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਉਹ ਇਨਸ਼ੋਰ ਕਰਨੀ ਪਵੇਗੀ। ਯਾਨੀ ਕਿ ਜੇ ਉਹ ਕੋਈ ਬੱਸ ਅਰੇਂਜ ਕਰਦੇ ਨੇ, ਜੇ 50 ਸੀਟਰ ਬੱਸ ਹੈਗੀ ਤਾਂ ਉਹਦੇ ਵਿੱਚ ਸਿਰਫ 25 ਲੇਬਰ ਨੂੰ ਹੀ 25 ਲੇਬਰ ਨੂੰ ਯਾਨੀ 50% ਲੇਬਰ ਨੂੰ ਹੀ ਉਹ ਉਸ ਗੱਡੀ ਦੇ ਵਿੱਚ ਮੂਵ ਕਰਾ ਸਕਦੇ ਨੇ। ਜੇ ਉਹ ਇਸ ਤਰ੍ਹਾਂ ਦੀ ਕੰਡੀਸ਼ਨਸ ਨੂੰ ਫੁਲਫਿਲ ਕਰਾਂਗੇ ਤਾਂ ਹੀ GMDIC ਵੱਲੋਂ ਸਾਰੀ ਚੀਜ਼ਾਂ ਨੂੰ ਚੈੱਕ ਕਰਨ ਤੋਂ ਬਾਅਦ ਹੀ ਪਰਮਿਸ਼ਨ ਜਿਹੜੀ ਹੈਗੀ ਉਹ ਜਾਰੀ ਕੀਤੀ ਜਾਵੇਗੀ। ਇਹ ਪਰਮਿਸ਼ਨ ਵੀ ਜਿਹੜੀ ਜਾਰੀ ਹੋਵੇਗੀ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ SOPs ਜਿਹੜੇ ਹੈਗੇ ਉਹਨਾਂ ਨੂੰ ਫੁਲਫਿਲ ਕਰਨਾ ਹੋਵੇਗਾ। ਜਿਵੇਂ ਕਿ ਸਾਰੇ ਕੇ ਸਾਰੇ ਜਿੰਨੇ ਵੀ ਉਹਨਾਂ ਦੀ ਲੇਬਰ ਹੈਗੀ ਉਹਨਾਂ ਨੂੰ ਬਾਕਾਇਦਾ ਡੇਲੀ ਬੇਸਿਸ ਤੇ ਹੈਲਥ ਚੈੱਕਅਪ ਕਰਨਾ, ਉਹਨਾਂ ਦਾ ਹੈਲਥ ਰਿਕਾਰਡ ਜਿਹੜਾ ਹੈਗਾ ਉਹ ਵੀ ਰੱਖਣਾ ਹੋਵੇਗਾ। ਸਾਰੀ ਕੀ ਸਾਰੀ ਇੰਡਸਟਰੀਅਲ ਲੇਬਰ ਜਿਹੜੀ ਹੈਗੀ ਉਹਨਾਂ ਨੂੰ ਮਾਸਕ ਵਗੈਰਾ ਪ੍ਰੋਵਾਈਡ ਕਰਨੇ ਪਵਾਂਗੇ। ਪ੍ਰੋਪਰ ਸੈਨੀਟੇਸ਼ਨ ਫੈਸਿਲਿਟੀਜ਼, ਸੈਨੀਟਾਈਜ਼ਰਸ, ਹੈਂਡ ਵਾਸ਼ਿੰਗ ਫੈਸਿਲਿਟੀ ਜਿਹੜੀ ਹੈਗੀ ਉਹ ਪ੍ਰੋਵਾਈਡ ਕਰਨੀ ਪਵੇਗੀ। ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਉਹ ਮੇਨਟੇਨ ਕਰਨੀ ਪਵੇਗੀ। ਇਹ ਸਾਰੀ ਇੰਡਸਟਰੀਆਂ ਜਿਨ੍ਹਾਂ ਨੂੰ ਵੀ ਪਰਮਿਸ਼ਨ ਦਿੱਤੀ ਜਾਵੇਗੀ ਉਹਨਾਂ ਦੀ ਬਾਕਾਇਦਾ ਚੈਕਿੰਗ ਵੀ ਜਿਹੜੀ ਹੈਗੀ ਕਰਵਾਈ ਜਾਵੇਗੀ। ਔਰ ਜੇ ਕੋਈ ਵੀ ਇੰਡਸਟਰੀ ਸਾਡੇ ਕਿਸੇ ਵੀ ਨੋਰਮ ਨੂੰ ਫੋਲੋ ਨਹੀਂ ਕਰਦੀ ਪਾਈ ਜਾਂਦੀ ਹੈ ਕਿ ਗਲਤ ਕਰ ਰਹੀ ਹੈਗੀ ਤਾਂ ਉਸ ਦੀ ਪਰਮਿਸ਼ਨ ਵੀ ਵਿਡਰੋ ਕੀਤੀ ਜਾ ਸਕਦੀ ਹੈ ਤੇ ਅੱਗੇ ਕਾਰਵਾਈ ਵੀ ਜਿਹੜੀ ਹੈਗੀ ਉਹ ਕੀਤੀ ਜਾ ਸਕਦੀ ਹੈ। ਤਾਂ ਇਸ ਕਰਕੇ ਮੇਰੀ ਸਾਰੇ ਇੰਡਸਟਰੀ ਵਾਲਿਆਂ ਨੂੰ, ਸਪੈਸ਼ਲੀ ਜੋ ਵੀ ਇਸ ਚੀਜ਼ ਦੇ ਵਿੱਚ ਪਰਮਿਸ਼ਨ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਬੇਨਤੀ ਹੈਗੀ ਕਿ ਜੋ ਗਵਰਨਮੈਂਟ ਵੱਲੋਂ ਗਾਈਡਲਾਈਨਸ ਜਾਂ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੂੰ ਫੁਲਫਿਲ ਕਰਦੇ ਹੋਏ ਹੀ ਪਰਮਿਸ਼ਨ ਲਈ ਜਾਵੇ ਔਰ ਉਹ ਕੰਡੀਸ਼ਨਾਂ ਨੂੰ ਫੁਲਫਿਲ ਵੀ ਕੀਤਾ ਜਾਵੇ। ਕੋਈ ਵੀ ਇੰਡਸਟਰੀ ਕੰਡੀਸ਼ਨਾਂ ਦੀ ਵਾਇਓਲੇਸ਼ਨ ਬਾਅਦ ਦੇ ਵਿੱਚ ਨਾ ਕਰੇ। ਇਸ ਤੋਂ ਇਲਾਵਾ ਕੁਝ ਕੰਸਟਰਕਸ਼ਨ ਪ੍ਰੋਜੈਕਟਸ ਜਿਹੜੇ ਹੈਗੇ, ਜਿਵੇਂ ਕਿ ਨੈਸ਼ਨਲ ਹਾਈਵੇ ਦੀ ਸੜਕਾਂ ਵਗੈਰਾ ਬਣ ਰਹੀਆਂ ਹਨ ਜਾਂ ਕੋਈ ਇਰੀਗੇਸ਼ਨ ਦਾ ਪ੍ਰੋਜੈਕਟ ਹੈਗਾ, ਫਲੱਡ ਪ੍ਰੋਟੈਕਸ਼ਨ ਦੇ ਵਰਕ ਹੈਗੇ, ਇਸ ਤਰ੍ਹਾਂ ਦੇ ਜਿਹੜੇ ਕੰਮ ਹੈਗੇ ਉਹਨਾਂ ਨੂੰ ਵੀ ਅਸੀਂ ਔਨ ਐਪਲੀਕੇਸ਼ਨ, ਇਨਫੈਕਟ ਪਹਿਲੀ ਵਾਲੀ ਵੀ ਇੰਡਸਟਰੀ ਵਾਲੇ 'ਚ ਵੀ ਮੈਂ ਕਲੈਰੀਫਾਈ ਕਰਨਾ ਚਾਹਾਂਗਾ ਕਿ ਕਿਸੇ ਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਲੈਂਕੇਟ ਅਪਰੂਵਲ ਅਸੀਂ ਓਪਨ ਕਰਨ ਵਾਸਤੇ ਨਹੀਂ ਦਿੱਤੀ ਹੈ। ਜੋ ਵੀ ਅਸੀਂ ਚੀਜ਼ਾਂ ਅਲਾਉ ਕਰਾਂਗੇ ਉਹ ਪਰਮਿਸ਼ਨ ਦੇ ਬੇਸਿਸ ਤੇ ਕਰਾਂਗੇ, ਪਰਮਿਟ ਦੇ ਬੇਸਿਸ ਤੇ ਕਰਾਂਗੇ। ਡਿਫਰੈਂਟ ਕੰਮਾਂ ਦੇ ਵਾਸਤੇ ਅਸੀਂ ਡਿਫਰੈਂਟ ਅਥਾਰਟੀਜ਼ ਨੂੰ ਆਥੋਰਾਈਜ਼ ਕੀਤਾ ਹੈ। ਇੰਡਸਟਰੀ ਦੇ ਵਾਸਤੇ ਜਿਵੇਂ ਆਪਾਂ GMDIC ਨੂੰ ਆਥੋਰਾਈਜ਼ ਕੀਤਾ ਹੈਗਾ। ਐਗਰੀਕਲਚਰ ਦੇ ਕੰਮਾਂ ਦੇ ਵਾਸਤੇ ਅਸੀਂ ਚੀਫ ਐਗਰੀਕਲਚਰ ਆਫੀਸਰ ਨੂੰ ਆਥੋਰਾਈਜ਼ ਕੀਤਾ ਹੈਗਾ। ਐਨੀਮਲ ਹਸਬੈਂਡਰੀ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ ਵਾਸਤੇ ਅਸੀਂ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਨੂੰ ਆਥੋਰਾਈਜ਼ ਕੀਤਾ ਹੈਗਾ। ਤਾਂ ਹਰ ਇੱਕ ਚੀਜ਼ ਦੇ ਵਾਸਤੇ ਅਸੀਂ ਇੱਕ ਕੰਪੀਟੈਂਟ ਅਥਾਰਟੀ ਨੂੰ ਆਥੋਰਾਈਜ਼ ਕੀਤਾ ਹੋਇਆ ਹੈ। ਹਰ ਇੱਕ ਬੰਦੇ ਨੂੰ ਬੇਨਤੀ ਇਹੀ ਹੈਗੀ ਕਿ ਜਦ ਵੀ ਕੋਈ ਵੀ ਚੀਜ਼ ਉਹਨਾਂ ਨੇ ਚਾਲੂ ਕਰਨੀ ਹੈ ਜਿਹੜੀ ਕਿ ਪਰਮਿਟਡ ਲਿਸਟ ਦੇ ਵਿੱਚ ਆ ਰਹੀ ਹੈ ਤਾਂ ਉਸ ਅਥਾਰਟੀ ਤੋਂ ਉਹਨਾਂ ਨੇ ਪਰਮਿਸ਼ਨ ਲੈਣੀ ਹੈ, ਪਰਮਿਟ ਲੈਣਾ ਹੈ। ਬਿਨਾਂ ਪਰਮਿਟ ਦੇ ਬਲੈਂਕੇਟ ਅਪਰੂਵਲ ਕਿਸੇ ਵੀ ਚੀਜ਼ ਦੇ ਵਾਸਤੇ ਨਹੀਂ ਹੈਗਾ। ਤਾਂ ਇਸ ਕਰਕੇ ਸਾਰੇ ਲੋਕ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਔਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਨਾ ਫਸਣ। ਜਿਹੜੀ ਅਥਾਰਟੀ ਹੈਗੀ ਉਹ ਅਥਾਰਟੀ ਉਸ ਇੰਸਟੀਟਿਊਸ਼ਨ ਨੂੰ ਖੋਲਣ ਦੇ ਵਾਸਤੇ ਤੇ ਜੋ ਵੀ ਬੰਦੇ ਉੱਤੇ ਕੰਮ ਕਰਦੇ ਨੇ ਉਹਨਾਂ ਦੇ ਵਾਸਤੇ ਵੀ ਪਰਮਿਸ਼ਨ ਪਾਸਿਸ ਵਗੈਰਾ ਜਿਹੜੇ ਹੈਗੇ ਉਹ ਜਾਰੀ ਕਰੇਗੀ। ਲੋਕਾਂ ਨੂੰ ਜਦ ਵੀ ਕੋਈ ਵੀ ਫੈਸਿਲਿਟੀ ਯੂਜ਼ ਕਰਨੀ ਹੈ, ਭਾਵੇਂ ਉਹ ਬੈਂਕਿੰਗ ਫੈਸਿਲਿਟੀ ਹੋਵੇ, ATM ਫੈਸਿਲਿਟੀ ਹੋਵੇ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀ ਹੈਗੀ, ਉਹਦੇ ਵਾਸਤੇ E-ਪਾਸ ਸਿਸਟਮ ਜਿਹੜਾ ਹੈਗਾ ਬਹੁਤ ਵਧੀਆ ਚੱਲ ਰਿਹਾ ਹੈਗਾ। ਉਹਦੇ ਵਿੱਚ ਅਪਲਾਈ ਕਰਨ ਔਰ ਅਸੀਂ ਉਹਨਾਂ ਨੂੰ ਜਦ ਪਰਮਿਸ਼ਨ ਦਿੰਦੇ ਆ ਤਾਂ ਉਸ ਤੋਂ ਬਾਅਦ ਹੀ ਉਹ ਬੰਦੇ ਮੂਵ ਕਰਨ। ਕੰਸਟਰਕਸ਼ਨ ਦਾ ਜਿਹੜਾ ਮੈਂ ਦੱਸ ਰਿਹਾ ਸੀਗਾ ਕਿ ਕੰਸਟਰਕਸ਼ਨ, ਨੈਸ਼ਨਲ ਹਾਈਵੇ, ਸੜਕਾਂ ਜਾਂ ਇਹੋ ਜਿਹੇ ਪ੍ਰੋਜੈਕਟਾਂ ਦੀ ਹੀ ਅਸੀਂ ਪਰਮਿਸ਼ਨ ਜਿਹੜੀ ਹੈਗੀ ਉਹ ਜਾਰੀ ਕਰਾਂਗੇ ਜਿਹੜੀ ਕਿ ਇਨ ਸੀਟੂ ਲੇਬਰ ਦੀ ਅਰੇਂਜਮੈਂਟ ਕਰਨ, ਲੇਬਰ ਮੈਨੇਜਮੈਂਟ ਜਿਹੜੀ ਹੈਗੀ ਉਹ ਕਰਨ ਦੇ ਵਿੱਚ ਸક્ષਮ ਹੋਣਗੇ। ਕਹਿਣ ਦਾ ਭਾਵ ਹੋਇਆ ਕਿ ਜੇ ਉਹ ਕੰਸਟਰਕਸ਼ਨ ਸਾਈਟ ਦੇ ਉੱਤੇ ਹੀ ਆਪਣੀ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹਨਾਂ ਨੂੰ ਪ੍ਰੋਪਰ ਕੁਆਰੰਟਾਈਨ ਕਰਕੇ ਰੱਖਾਂਗੇ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਾਂਗੇ, ਤਾਂ ਹੀ ਅਸੀਂ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਅਪਰੂਵਲ ਦੇਵਾਂਗੇ। ਉਹਦੇ ਵਾਸਤੇ ਵੀ ਅਸੀਂ ਜੋ ਵੀ ਐਪਲੀਕੇਸ਼ਨਸ ਆ ਰਹੀਆਂ ਨੇ ਉਹਨਾਂ ਨੂੰ ਬਾਕਾਇਦਾ ਇੱਕ ਕਮੇਟੀ ਕਨਸਟੀਟਿਊਟ ਕਰ ਰਹੇ ਹਾਂ ਜਿਹੜੀ ਕਿ ਉਸ ਸਾਈਟ ਨੂੰ ਵਿਜ਼ਿਟ ਕਰੂਗੀ, ਚੈੱਕ ਕਰੂਗੀ ਕਿ ਪ੍ਰੋਪਰ ਉਹਨਾਂ ਵੱਲੋਂ ਡਾਇਰੈਕਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਹੈ, ਕਰ ਸਕਦੇ ਹੈ ਜਾਂ ਨਹੀਂ ਕਰ ਸਕਦੇ। ਜੇ ਉਹ ਨਹੀਂ ਕਰ ਪਾਵਾਂਗੇ ਤਾਂ ਅਸੀਂ ਉਹਨਾਂ ਦੀ ਪਰਮਿਸ਼ਨ ਜਿਹੜੀ ਹੈਗੀ ਉਹ ਨਹੀਂ ਦੇਵਾਂਗੇ। ਸਿਮਿਲਰਲੀ ਕੁਝ ਹੋਰ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਸਲੋਲੀ ਅਲਾਉ ਕਰਾਂਗੇ। ਪ੍ਰੋਸੀਜਰਸ, ਗਾਈਡਲਾਈਨਸ ਜਿਹੜੀਆਂ ਹੈਗੀਆਂ ਅਸੀਂ ਬਣਾ ਰਹੇ ਹਾਂ ਔਰ ਜਿਵੇਂ ਉਹਨਾਂ ਦੀ ਗਾਈਡਲਾਈਨਸ ਬਣਦੀਆਂ ਜਾਵਾਂਗੀ ਅਸੀਂ ਉਸ ਮੁਤਾਬਿਕ ਉਹਨਾਂ ਦੀ ਐਪਲੀਕੇਸ਼ਨਾਂ ਨੂੰ ਪ੍ਰੋਸੈਸ ਕਰਾਂਗੇ। ਬਟ ਮੇਰੀ ਸਾਰੇ ਕੇ ਸਾਰੇ ਲੁਧਿਆਣਵੀਆਂ ਨੂੰ ਬੇਨਤੀ ਹੈਗੀ ਕਿ ਕਾਈਂਡਲੀ ਇਹ ਗਾਈਡਲਾਈਨਸ ਜਿਹੜੀਆਂ ਹੈਗੀਆਂ ਇਹਨਾਂ ਦੀ ਇਨਵਿਨ ਪਾਲਣਾ ਕਰਨ। ਕੋਈ ਵੀ ਬੰਦਾ ਬਿਨਾਂ ਕਿਸੇ ਪਰਮਿਟ ਦੇ, ਬਿਨਾਂ ਕਿਸੇ ਅਪਰੂਵਲ ਦੇ ਬਾਹਰ ਨਾ ਨਿਕਲੇ, ਨਾ ਕੋਈ ਆਪਣੀ ਦੁਕਾਨ ਖੋਲੇ, ਨਾ ਕੋਈ ਆਪਣਾ ਇੰਸਟੀਟਿਊਸ਼ਨ ਨੂੰ ਕਿਸੇ ਨੂੰ ਖੋਲੇ। ਕਿਸੇ ਨੂੰ ਵੀ ਅਸੀਂ ਕੋਈ ਵੀ ਬਲੈਂਕੇਟ ਅਪਰੂਵਲ ਜਿਹੜੀ ਹੈਗੀ ਉਹ ਨਹੀਂ ਦੇ ਰਹੇ। ਹਰ ਇੱਕ ਬੰਦੇ ਨੂੰ ਆਪਣੀ ਚੀਜ਼ਾਂ ਦੇ ਵਾਸਤੇ ਐਪਲੀਕੇਸ਼ਨ ਪਾ ਕੇ ਪਰਮਿਟ ਜਿਹੜਾ ਹੈਗਾ ਉਹ ਲੈਣਾ ਪਵੇਗਾ।
ਈਵਨ ਗਵਰਨਮੈਂਟ ਆਫਿਸਿਸ ਵਗੈਰਾ ਵੀ ਜਿਹੜੇ ਹੈਗੇ, ਫੋਰ ਐਗਜ਼ਾਮਪਲ ਸੈਂਟਰਲ ਗਵਰਨਮੈਂਟ ਦੇ ਵੀ ਜਿਹੜੇ ਆਫਿਸਿਸ ਹੈਗੇ ਉਹ ਸਾਨੂੰ ਐਪਲੀਕੇਸ਼ਨਸ ਭੇਜ ਰਹੇ ਨੇ ਜਿਨ੍ਹਾਂ ਨੂੰ ਅਸੀਂ ਅਲਾਉ ਕਰ ਰਹੇ ਹਾਂ ਡਿਪੈਂਡਿੰਗ ਅਪਨ ਕਿ ਉਹ ਕਿੰਨੀ ਇੰਪੋਰਟੈਂਟ ਸਰਵਿਸ ਹੈਗੀ, ਕਿੰਨਾ ਇੰਪੋਰਟੈਂਟ ਆਫਿਸ ਹੈਗਾ, ਕਿੰਨੀ ਉੱਥੇ ਪਬਲਿਕ ਡੀਲਿੰਗ ਹੁੰਦੀ ਹੈ, ਕਿੰਨਾ ਇੱਕ ਸਟਾਫ ਉੱਥੇ ਲੋੜੀਂਦਾ ਹੈਗਾ। ਉਹ ਸਾਰੀ ਚੀਜ਼ਾਂ ਦੇਖਣ ਤੋਂ ਬਾਅਦ ਹੀ ਅਸੀਂ ਉਹਨਾਂ ਆਫਿਸਾਂ ਨੂੰ ਅਲਾਉ ਕਰ ਰਹੇ ਹਾਂ ਕਿ ਉਹ ਆਫਿਸਿਸ ਜਿਹੜੇ ਹੈਗੇ ਆਪਣੇ ਖੋਲ ਸਕਦੇ ਨੇ। ਤਾਂ ਇਸ ਕਰਕੇ ਹਰ ਇੱਕ ਇੰਸਟੀਟਿਊਸ਼ਨ ਨੂੰ ਜਾਂ ਜੋ ਵੀ ਆਰਡਰ ਪੜ੍ਹ ਰਹੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ। ਅਸੀਂ ਬਿਲਕੁਲ ਬਾਕਾਇਦਾ ਮੈਂਸ਼ਨ ਕੀਤਾ ਹੋਇਆ ਹੈ ਕਿ ਇਹਨਾਂ ਚੀਜ਼ਾਂ ਦੇ ਵਾਸਤੇ ਤੁਹਾਨੂੰ ਪਰਮਿਸ਼ਨ ਦੀ ਲੋੜ ਹੈਗੀ। ਵਿਦ ਪਰਮਿਸ਼ਨ ਅਸੀਂ ਕਈ ਥਾਵਾਂ ਤੇ ਬਿਲਕੁਲ ਬਾਕਾਇਦਾ ਲਿਖਿਆ ਹੋਇਆ ਹੈ। ਵਿਦਆਊਟ ਪਰਮਿਸ਼ਨ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਅਲਾਉਡ ਨਹੀਂ ਹੋਣਗੀਆਂ। ਤਾਂ ਇਸ ਤੋਂ ਇਲਾਵਾ ਜਿਹੜੀਆਂ ਪੁਰਾਣੀਆਂ ਸਰਵਿਸਿਜ਼ ਸੀਗੀਆਂ, ਐਸੈਂਸ਼ੀਅਲ ਸਰਵਿਸਿਜ਼ ਸੀਗੀਆਂ, ਜਿਵੇਂ ਪਹਿਲਾਂ ਚੱਲ ਰਹੀਆਂ ਸੀਗੀਆਂ, ਜਿਹੜੇ ਪਾਸਿਸ ਉਹਨਾਂ ਦੇ ਕੋਲ ਪਹਿਲਾਂ ਬਣੇ ਹੋਏ ਨੇ ਉਹ 3 ਮਈ ਤੱਕ ਵੈਲਿਡ ਰਹਾਂਗੇ ਔਰ ਉਹਨਾਂ ਦੇ ਮੁਤਾਬਿਕ ਹੀ ਉਹ ਆਪਣੀ ਮੂਵਮੈਂਟ ਵਗੈਰਾ ਕਰ ਸਕਦੇ ਨੇ। ਥੈਂਕ ਯੂ। ਇਹ ਜਿਹੜਾ ਆਰਡਰ ਅਸੀਂ ਜਾਰੀ ਕੀਤਾ ਹੈਗਾ, ਇਸ ਆਰਡਰ ਦੇ ਨਾਲ ਨਾਲ ਹਰ ਇੱਕ ਪ੍ਰੋਸੀਜਰ ਦੀ ਵੱਖਰੀ ਗਾਈਡਲਾਈਨ ਜਿਹੜੀਆਂ ਹੈਗੀਆਂ ਉਹ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਪ੍ਰੋਸੈਸਸ ਜਿਹੜੇ ਹੈਗੇ ਉਹ ਵੀ ਜਾਰੀ ਕੀਤੇ ਜਾ ਰਹੇ ਹਨ ਔਰ ਜਿਹੜਾ ਵੀ ਕੰਪੀਟੈਂਟ ਅਥਾਰਟੀ ਹੈਗਾ ਉਹਦਾ ਨਾਮ, ਮੋਬਾਈਲ ਨੰਬਰ ਜਾਂ ਈਮੇਲ ਆਈਡੀ ਜਿਸ ਤੇ ਅਪਲਾਈ ਕਰਨਾ ਹੈਗਾ ਜਾਂ ਈ-ਪਾਸ ਵਾਸਤੇ ਜਿਹੜਾ ਆਪਣੀ ਐਪ ਬਣੀ ਹੋਈ ਹੈ ਉਸ ਦੀ ਵੀ ਡਿਟੇਲ ਜਿਹੜੀ ਹੈਗੀ ਉਸ ਦੇ ਵਾਸਤੇ ਵੱਖਰੇ ਤੌਰ ਤੇ ਆਰਡਰ ਜਿਹੜੇ ਹੈਗੇ ਜਾਰੀ ਕੀਤੇ ਜਾ ਰਹੇ ਹਨ। ਸਾਰਿਆਂ ਨੂੰ ਬੇਨਤੀ ਹੈਗੀ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫਿਜ਼ੀਕਲੀ ਸਾਡੇ ਦਫ਼ਤਰਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ। ਅਸੀਂ ਸਾਰਿਆਂ ਨੂੰ ਆਨਲਾਈਨ ਹੀ ਡੀਲ ਕਰਾਂਗੇ ਕਿਉਂਕਿ ਜਿਵੇਂ ਇਸ ਮੇਨ ਕਰਫਿਊ ਦਾ ਜਾਂ ਸਾਰੀ ਦੀ ਸਾਰੀ ਐਕਸਰਸਾਈਜ਼ ਜਿਹੜੀ ਕੀਤੀ ਜਾ ਰਹੀ ਹੈ ਉਹਦਾ ਮੇਨ ਪਰਪਸ ਹੀ ਇਹੀ ਹੈਗਾ ਕਿ ਅਸੀਂ ਹਿਊਮਨ ਕੰਟੈਕਟ ਜਿਹੜਾ ਹੈਗਾ ਉਹਨੂੰ ਘੱਟ ਤੋਂ ਘੱਟ ਕਰੀਏ, ਹਿਊਮਨ ਮੂਵਮੈਂਟ ਨੂੰ ਜਿਹੜਾ ਹੈਗਾ ਉਹ ਘੱਟ ਤੋਂ ਘੱਟ ਕਰੀਏ। ਤਾਂ ਇਸ ਕਰਕੇ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਨਲਾਈਨ ਹੀ ਡੀਲ ਕੀਤੀਆਂ ਜਾਣਗੀਆਂ ਤੇ ਸਾਰੇ ਬੰਦਿਆਂ ਨੂੰ ਬੇਨਤੀ ਹੈ ਕਿ ਆਪਣੀ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਕੰਪੀਟੈਂਟ ਆਫਿਸਰਾਂ ਦੇ ਕੋਲ ਆਨਲਾਈਨ ਤਰੀਕੇ ਨਾਲ ਹੀ ਭੇਜੀਆਂ ਜਾਣ ਕਿਉਂਕਿ ਅਸੀਂ ਸਾਰਿਆਂ ਦੇ ਵਾਸਤੇ ਬਾਕਾਇਦਾ ਈਮੇਲ ਆਈਡੀਜ਼ ਜਿਹੜੇ ਹੈਗੇ ਉਹ ਪਹਿਲਾਂ ਵੀ ਸਰਕੂਲੇਟ ਕੀਤੇ ਸੀਗੇ ਤੇ ਅੱਗੇ ਜਿਹੜੀ ਗਾਈਡਲਾਈਨਸ ਅੱਜ ਜਾਰੀ ਕੀਤੀਆਂ ਹਨ ਉਸ ਦੇ ਬਾਬਤ ਵੀ ਪ੍ਰੋਪਰ ਈਮੇਲ ਆਈਡੀਜ਼ ਤੇ ਕੰਪੀਟੈਂਟ ਅਥਾਰਟੀਜ਼ ਦੀ ਲਿਸਟ ਵੀ ਜਿਹੜੀ ਹੈਗੀ ਅਸੀਂ ਵੱਖਰੇ ਤੌਰ ਤੇ ਜਾਰੀ ਕਰਨ ਲੱਗੇ ਹਾਂ। ਇਸ ਤੋਂ ਇਲਾਵਾ ਮੈਂ ਸਾਰੇ ਕੇ ਸਾਰੇ ਲੁਧਿਆਣਵੀਆਂ ਨੂੰ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਘੱਟ ਤੋਂ ਘੱਟ ਆਪਾਂ ਬਾਹਰ ਨਿਕਲੀਏ। ਇਹ ਜਿਹੜੀ ਬਿਮਾਰੀ ਹੈਗੀ ਜਿਵੇਂ ਆਪਾਂ ਸਾਰੇ ਜਾਣਦੇ ਨੇ ਕਿ ਹਿਊਮਨ ਟੱਚ ਦੇ ਨਾਲ, ਕਰਾਊਡਡ ਪਲੇਸਿਸ ਤੇ ਜਾਣ ਦੇ ਨਾਲ ਜਾਂ ਇਹੋ ਜਿਹੇ ਕੰਮਾਂ ਦੇ ਨਾਲ ਜਿਹਦੇ ਵਿੱਚ ਬਹੁਤ ਜ਼ਿਆਦਾ ਲੋਕ ਆਪਸ ਵਿੱਚ ਇੰਟਰੈਕਟ ਕਰਦੇ ਨੇ, ਮਿਲਦੇ ਹੈ, ਉਹਦੇ ਨਾਲ ਜ਼ਿਆਦਾ ਫੈਲਦੀ ਹੈ। ਕਿਉਂਕਿ ਆਪਾਂ ਵੀ ਦੇਖੀਏ ਕਿ ਸਾਡੇ ਲੁਧਿਆਣੇ ਦੇ ਜਿਹੜੇ 15-16 ਕੇਸਿਸ ਹੋਏ ਨੇ ਉਹਦੇ ਵਿੱਚੋਂ ਵੀ ਕੁਝ ਕੇਸਿਸ ਜਿਹੜੇ ਹੈਗੇ ਇੱਕ ਸਬਜ਼ੀ ਮੰਡੀ ਦੇ ਕਰਕੇ ਹੀ ਹੋਏ ਹੈ। ਜ਼ਿਆਦਾਤਰ ਬੰਦੇ ਜਿਹੜੇ ਸੀਗੇ ਸਾਡੇ ਉੱਤੇ ਹੀ ਇਕੱਠੇ ਹੋਏ ਸੀਗੇ, ਉਸ ਦੇ ਨਾਲ ਸੰਬੰਧਿਤ ਜਿਹੜਾ ਕੇਸ ਸੀਗਾ ਉਹਨੂੰ ਪ੍ਰੋਸੈਸ ਕਰਨ ਦੇ ਵਾਲੇ ਟਾਈਮ ਦੇ ਵਿੱਚ ਹੋਏ ਸੀਗੇ। ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਕਿਤੇ ਵੀ ਬਾਹਰ ਨਹੀਂ ਨਿਕਲਣਾ, ਆਪਣੇ ਘਰਾਂ ਦੇ ਅੰਦਰ ਰਹਿਣਾ, ਪਰਿਵਾਰ ਦੇ ਨਾਲ ਰਹਿਣਾ ਹੈ, ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈਗਾ। ਇਨਫੈਕਟ ਜਿਵੇਂ ਮੈਂ ਕੱਲ ਵੀ ਦੱਸਿਆ ਸੀਗਾ ਕਿ ਮੈਂ ਆਪਣੇ ਆਪ ਨੂੰ ਚੂੰਕਿ ਆਪਣੇ ਜਿਹੜੇ ਆਫਿਸਿਸ ਸੀਗੇ ਉਹਨਾਂ ਵਿੱਚੋਂ ਇੱਕ ਆਫਿਸਰ ਦੇ ਪੋਜ਼ਿਟਿਵ ਆਉਣ ਕਰਕੇ ਮੈਂ ਆਪਣੇ ਆਪ ਨੂੰ ਵੀ ਕੁਆਰੰਟਾਈਨ ਕਰਕੇ ਰੱਖਿਆ ਹੋਇਆ ਹੈ ਔਰ ਮੈਂ ਆਪਣੀ ਸਾਰੀ ਦੀ ਸਾਰੀ ਵਰਕਿੰਗ ਜਿਹੜੀ ਹੈਗੀ ਆਪਣੇ ਕੈਂਪ ਆਫਿਸ ਦਾ ਕਰ ਰਿਹਾ। ਸਾਰੇ ਆਫਿਸਿਸ ਦੇ ਨਾਲ ਅਸੀਂ ਲਗਾਤਾਰ ਜਿਹੜੇ ਆਨਲਾਈਨ ਪਲੇਟਫਾਰਮ ਬਣੇ ਹੋਏ ਨੇ ਉਹਨਾਂ ਆਨਲਾਈਨ ਪਲੇਟਫਾਰਮਾਂ ਦੇ ਰਾਹੀਂ ਅਸੀਂ ਉਹਨਾਂ ਦੇ ਨਾਲ ਇੰਟਰੈਕਟ ਕਰ ਰਹੇ ਹਾਂ। ਸਾਰਾ ਆਫੀਸ਼ੀਅਲ ਵਰਕ ਜਿਹੜਾ ਹੈਗਾ ਸਾਡਾ ਚੱਲਦਾ ਪਿਆ ਹੈਗਾ। ਲੇਕਿਨ ਇਹ ਸਿਸਟਮ ਜਿਹੜੇ ਹੈਗੇ ਕਿ ਆਪਣੇ ਆਪ ਨੂੰ ਕੁਆਰੰਟਾਈਨ ਕਰਕੇ ਰੱਖਣਾ, ਹੈਲਥ ਪ੍ਰੋਟੋਕੋਲਸ ਨੂੰ ਫੋਲੋ ਕਰਨਾ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਲਾਜ਼ਮੀ ਹੈਗੀ, ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ ਕਿ ਲੋਕ ਇਹਨਾਂ ਨੂੰ ਫੋਲੋ ਕਰਨ ਔਰ ਆਪਣੇ ਆਪ ਨੂੰ ਬਚਾ ਕੇ ਰੱਖਣ। ਸਾਰੇ ਲੁਧਿਆਣਵੀਆਂ ਨੂੰ ਮੈਂ ਬੇਨਤੀ ਫਿਰ ਇੱਕ ਵਾਰ ਕਰਨਾ ਚਾਹਾਂਗਾ ਕਿ ਕਾਈਂਡਲੀ ਆਪਣੇ ਘਰਾਂ ਦੇ ਅੰਦਰ ਰਹਿਣ। ਕੇਵਲ ਔਰ ਕੇਵਲ ਅਰਜੈਂਟ ਜਿਹੜੀ ਚੀਜ਼ਾਂ ਹੈਗੀਆਂ, ਐਸੈਂਸ਼ੀਅਲ ਜਿਹੜੀਆਂ ਚੀਜ਼ਾਂ ਹੈਗੀਆਂ, ਐਸੈਂਸ਼ੀਅਲ ਸਰਵਿਸਿਜ਼ ਹੈਗੀਆਂ, ਐਸੈਂਸ਼ੀਅਲ ਕੰਮ ਹੈਗੇ ਉਹਦੇ ਵਾਸਤੇ ਈ ਕਰਫਿਊ ਪਾਸਿਸ ਆਪਣੇ ਬਣਵਾ ਕੇ ਹੀ ਬਾਹਰ ਨਿਕਲਣ ਔਰ ਫਿਰ ਆਪਣੀ ਸਰਵਿਸਿਜ਼ ਲੈਣ ਤੋਂ ਬਾਅਦ ਕਾਈਂਡਲੀ ਫਿਰ ਅੰਦਰ ਚਲੇ ਜਾਣ। ਕਾਈਂਡਲੀ ਸਾਰੇ ਕੇ ਸਾਰੇ ਲੋग ਇਹਨਾਂ ਨੂੰ ਫੋਲੋ ਕਰੋ और अपने आप को सुरक्षित रखो। धन्यवाद।